ਵਾਹਿਗੁਰੂ ਸਾਹਿਬ ਜੀਓ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਦਾਨ। ਗਾਵੀਐ ਸੁਣੀਐ ਮਨ ਰਖੀਐ ਭਾਉ, ਦੁਖ ਪਰਹਰ ਸੁਖ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਏ। ਗੁਰ ਈਸ਼ਰ ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਏ। ਗੁਰਾ ਇਕ ਦੇਹ 부ਝਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨਾ ਜਾਏ। ਗੁਰਾ ਇਕ ਦੇਹ 부ਝਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨਾ ਜਾਏ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਇਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਸਹਿਬਾਂ ਦੀ ਪਾਵਨ ਬਾਣੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੀ ਮੁਬਾਰਕ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਅੰਮ੍ਰਿਤ ਬਚਨ ਪਾਵਨ ਸ਼੍ਰੀ ਜਪ ਬਾਣੀ ਦੀ ਵਿਚਾਰ ਆਪ ਇਨ੍ਹਾਂ ਪਾਵਨ ਦੀਵਾਨਾਂ ਵਿੱਚ ਸਰਵਣ ਕਰ ਰਹੇ ਹੋ। ਸਾਧ ਸੰਗਤ ਸਤਿਗੁਰਾਂ ਨੇ ਕਿਰਪਾ ਕੀਤੀ, ਆਪ ਬੜੀ ਇਕਾਗਰਤਾ ਦੇ ਨਾਲ ਔਰ ਬੜੀ ਭਾਵਨਾ ਦੇ ਨਾਲ ਪਿਛਲੇ ਦਿਨਾਂ ਤੋਂ ਜੁੜ ਕੇ ਇਸ ਅੰਮ੍ਰਿਤਮਈ ਬਾਣੀ ਦੀ ਵਿਚਾਰ ਸਰਵਣ ਕਰ ਰਹੇ ਹੋ। ਸਤਿਗੁਰ ਕਿਰਪਾ ਕਰਨ, ਸਾਡੇ ਸਭਨਾਂ ਤੇ ਇਸੇ ਤਰ੍ਹਾਂ ਆਪਣੀ ਬਖਸ਼ਿਸ਼ ਆਪਣੀ ਕਿਰਪਾ ਦਾ ਮੀਂਹ ਵਰਸਾਉਂਦੇ ਰਹਿਣ। ਆਓ ਵਿਚਾਰ ਅਧੀਨ ਇਹ ਪਾਵਨ ਅੰਮ੍ਰਿਤਮਈ ਬਾਣੀ ਦੇ ਅੰਦਰੋਂ ਸਾਧ ਸੰਗਤ ਆਪ ਜੀ ਨੇ 5ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਇਹਨਾਂ ਅੰਮ੍ਰਿਤ ਬਚਨਾਂ ਨੂੰ ਸਮਝਣ ਤੋਂ ਪਹਿਲਾਂ ਆਪ ਜਿਤਨੇ ਤਨ ਗੁਰੂ ਹਜ਼ੂਰੀ ਵਿੱਚ ਜੁੜ ਬੈਠੇ ਹੋ, ਕਰੋ ਕਿਰਪਾ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਦੇਹੋ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਮਨੁੱਖ ਦਾ ਜੀਵਨ ਇਸ ਜਗਤ ਇਸ ਸੰਸਾਰ ਦੇ ਅੰਦਰ ਜੇ ਇਹ ਕਹਿ ਲਈਏ ਵੀ ਆਪਣੇ ਆਪੇ ਨੂੰ ਸਮਝਣ ਦੇ ਲਈ ਹੈ, ਕਿਉਂਕਿ ਸਚਿਆਰ ਹੋਣਾ ਆਪਣੇ ਆਪੇ ਨੂੰ ਸਮਝਣਾ ਹੈ। ਸਚਿਆਰ ਬੰਦਾ ਉਦੋਂ ਹੀ ਹੋ ਸਕਦਾ ਹੈ ਜਦੋਂ ਉਹ ਸੱਚ ਨਾਲ ਜੁੜੇਗਾ। ਸੱਚ ਇੱਕ ਉਹ ਵਾਹਿਦ ਹਸਤੀ ਹੈ ਜਿਹੜੀ ਆਦ ਸੱਚ ਹੈ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ ਹੈ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਸਾਹਿਬ ਕਹਿੰਦੇ ਨੇ ਉਹ ਜਿਹੜੀ ਹਸਤੀ ਹੈ, ਅੱਜ ਬਾਬਾ ਨਾਨਕ ਕਹਿੰਦੇ ਨੇ ਉਸ ਹਸਤੀ ਨੂੰ ਥਾਪਿਆ ਨਹੀਂ ਜਾ ਸਕਦਾ। ਸਾਧ ਸੰਗਤ ਧਿਆਨ ਦੇਣਾ, ਦੋ ਚੀਜ਼ਾਂ ਨੇ ਸੰਸਾਰ ਦੇ ਅੰਦਰ। ਇੱਕ ਹੁੰਦਾ ਹੈ ਕਰਤਾ, ਜਿਹਨੂੰ ਅਸੀਂ ਕਹਿੰਦੇ ਹਾਂ ਕ੍ਰੀਏਟਰ, ਔਰ ਦੂਸਰਾ ਹੁੰਦਾ ਹੈ ਕਿਰਤ, ਜਿਹਨੂੰ ਅਸੀਂ ਕਹਿੰਦੇ ਹਾਂ ਕ੍ਰੀਏਸ਼ਨ।
ਹਰ ਚੀਜ਼ ਜੋ ਦੁਨੀਆ ਦੇ ਅੰਦਰ ਹੋਂਦ ਵਿੱਚ ਆਈ ਹੈ, ਇਸ ਚੀਜ਼ਾਂ ਨੂੰ ਬਣਾਉਣ ਵਾਲੇ ਉਹਨੂੰ ਕ੍ਰੀਏਟਰ ਆਖਿਆ ਜਾਂਦਾ ਹੈ, ਤੇ ਜੋ ਉਸ ਚੀਜ਼ ਨੂੰ ਜਨਮ ਦਿੰਦਾ ਹੈ, ਜਿਹੜੀ ਚੀਜ਼ ਉਹਦੇ ਦੁਆਰਾ ਬਣਾਈ ਜਾਂਦੀ ਉਹਨੂੰ ਕ੍ਰੀਏਸ਼ਨ ਆਖਿਆ ਜਾਂਦਾ ਹੈ, ਉਸ ਕਰਤੇ ਦੀ ਕਿਰਤ ਆਖਿਆ ਜਾਂਦਾ ਹੈ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਆਪ ਜੀ ਦੇ ਚਰਨਾਂ ਵਿੱਚ ਰੱਖਦੇ ਹਾਂ। ਆਪ ਸਤਿਗੁਰ ਕੀ ਪਾਵਨ ਗੋਦ ਵਿੱਚ ਬੈਠੇ ਹੋ ਤੇ ਸਾਹਮਣੇ ਸਕਰੀਨ ਦੇ ਉੱਤੇ ਸਾਹਿਬਾਂ ਦੀ ਪਾਵਨ ਬਾਣੀ ਦੇ ਇਹ ਸ਼ਬਦ ਨੇ। ਇਹ ਜਿਹੜੀ LED ਸਕਰੀਨ ਸਾਹਮਣੇ ਲੱਗੀ ਹੈ, ਇਸ ਨੂੰ ਬਣਾਉਣ ਵਾਲਾ ਕੋਈ ਕ੍ਰੀਏਟਰ ਹੈ ਜਿਨੇ ਇਹਨੂੰ ਬਣਾਇਆ ਹੈ, ਤੇ ਇਹ ਸਕਰੀਨ ਜਿਹੜੀ ਹੈ ਇਹ ਕ੍ਰੀਏਸ਼ਨ ਹੈ, ਇਹ ਉਸ ਦੀ ਕਿਰਤ ਹੈ। ਪਰ ਜਿਸ ਨੇ ਇਹ ਕ੍ਰੀਏਟਰ ਨੇ, ਜਿਸ ਨੇ ਕਰਤੇ ਨੇ ਇਹ ਕਿਰਤ ਬਣਾਈ ਹੈ, ਇਹ ਚੀਜ਼ ਬਣਾਈ ਹੈ, ਧਿਆਨ ਦੇਣਾ, ਉਹਨੇ ਇਸ ਕਿਰਤ ਨੂੰ ਬਾਜ਼ਾਰ ਦੇ ਅੰਦਰ ਵੇਚ ਦਿੱਤਾ, ਬਾਜ਼ਾਰ ਦੇ ਅੰਦਰ ਰੱਖ ਦਿੱਤਾ। ਇਹ ਬਾਜ਼ਾਰ ਦੇ ਅੰਦਰ ਵੇਚੀ ਗਈ। ਹੁਣ ਉਹ ਕਰਤਾ ਕਿਤੇ ਹੈ ਤੇ ਉਹਦੀ ਕਿਰਤ ਕਿਤੇ ਹੈ। ਇੱਕ ਤੇ ਮੇਰੇ ਸਤਿਗੁਰ ਕਹਿੰਦੇ ਨੇ ਉਹ ਪਰਮਾਤਮਾ ਅਕਾਲ ਪੁਰਖ ਜਿਹੜਾ ਸ੍ਰਿਸ਼ਟੀ ਦਾ ਕਰਤਾ ਹੈ, ਉਹਨੇ ਸਾਰੀ ਕੁਦਰਤ ਨੂੰ ਸਾਜ ਕੇ ਉਹ ਇਸ ਸਮੁੱਚੀ ਖਲਕਤ ਦੇ ਅੰਦਰ ਇੱਕ ਰਸ ਵਿਆਪਕ ਹੈ। ਉਹ ਪਰਿਪੂਰਨ ਪਰਮਾਤਮਾ ਆਪਣੀ ਕ੍ਰੀਏਸ਼ਨ ਦੇ ਅੰਦਰ ਆਪ ਵਸਦਾ ਹੈ। ਧਿਆਨ ਦੇਣਾ, ਇਹ ਮੇਰੇ ਤੁਹਾਡੇ ਅੰਦਰ ਜਿਹੜੇ ਸਵਾਸ ਚੱਲ ਰਹੇ ਨੇ, ਇਹ ਜੋ ਸੰਸਾਰ ਸਾਨੂੰ ਇੰਨਾ ਖੂਬਸੂਰਤ ਨਜ਼ਰ ਆ ਰਿਹਾ ਹੈ, ਇਹ ਜੇ ਰੁੱਖਾਂ ਦੇ ਉੱਤੇ ਸਾਨੂੰ ਇੰਨੀ ਸੋਹਣੀ ਹਰਿਆਵਲ ਨਜ਼ਰ ਆ ਰਹੀ ਹੈ, ਇਸ ਗੱਲ ਦਾ ਪ੍ਰਤੀਕ ਹੈ ਕਿ ਉਹ ਕਰਤਾ, ਕ੍ਰੀਏਟਰ, ਉਹ ਪਰਮਾਤਮਾ, ਉਹ ਮਾਲਕ ਇਹਨਾਂ ਸਭਨਾਂ ਦੇ ਅੰਦਰ ਮੌਜੂਦ ਹੈ। ਜਿਸ ਦਿਨ ਇਹ ਰੁੱਖ ਸੁੱਕ ਜਾਏਗਾ, ਧਿਆਨ ਦੇਣਾ, ਉਸ ਦਿਨ ਉਹ ਕਰਤਾ, ਉਹ ਪਰਮਾਤਮਾ ਆਪਣੀ ਕ੍ਰੀਏਸ਼ਨ ਤੋਂ, ਆਪਣੀ ਕਿਰਤ ਤੋਂ ਬਾਹਰ ਨਿਕਲ ਜਾਏਗਾ। ਉਸ ਦਾ ਇਸ ਕਿਰਤ ਦੇ ਵਿੱਚੋਂ ਬਾਹਰ ਨਿਕਲਣਾ ਇਸ ਗੱਲ ਦਾ ਪ੍ਰਤੀਕ ਹੈ ਵੀ ਹੁਣ ਉਹ ਕਰਤਾ ਇਹਦੇ ਅੰਦਰ ਮੌਜੂਦ ਨਹੀਂ ਹੈ। ਜਿਸ ਦਿਨ ਇਨਸਾਨ ਇਸ ਸੰਸਾਰ ਤੋਂ ਜਾਂਦਾ ਹੈ, ਮਨੁੱਖ ਦੀ ਮੌਤ ਹੁੰਦੀ ਹੈ, ਸਰੀਰ ਇੱਥੇ ਹੀ ਹੁੰਦਾ ਹੈ। ਧਿਆਨ ਦੇਣਾ, ਸਰੀਰ ਉਸੇ ਤਰ੍ਹਾਂ ਹੀ ਹੈ, ਪਰ ਉਸ ਸਰੀਰ ਦੇ ਅੰਦਰੋਂ ਉਹ ਜਿਹੜੀ ਕਰਤੇ ਦੀ ਕ੍ਰੀਏਸ਼ਨ ਹੈ, ਭਾਵ ਉਹ ਕਰਤਾ ਜਿਹੜਾ ਅੰਦਰ ਸਵਰੂਪ ਦੇ ਸਰੀਰ ਦੇ ਅੰਦਰ ਟਿਕਿਆ ਹੋਇਆ ਹੈ, ਉਹ ਕਰਤੇ ਨੇ ਆਪਣੇ ਵਜੂਦ ਨੂੰ ਸਾਡੇ ਅੰਦਰੋਂ ਵੱਖ ਕਰ ਲਿਆ। ਜਦੋਂ ਉਹ ਵੱਖ ਹੋਇਆ ਤੇ ਅਸੀਂ ਕਹਿ ਦਿੱਤਾ ਵੀ ਭਾਈ ਹੁਣ ਇਹ ਪ੍ਰਾਣੀ ਸੰਸਾਰ ਦੇ ਅੰਦਰ ਨਹੀਂ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਅੱਜ ਕਿਰਪਾ ਕਰਦੇ ਨੇ। ਸਭ ਕਹਿੰਦੇ ਨੇ ਕਰਤੇ ਦੀ ਬੜਾਈ ਸਾਰੀ ਕੁਦਰਤ ਹੈ, ਪਰ ਦੁਨੀਆ ਦੇ ਅੰਦਰ ਕੋਈ ਐਸਾ ਮਨੁੱਖ ਨਹੀਂ ਜਿਹੜਾ ਪਰਮਾਤਮਾ ਨੂੰ ਆਖੇ ਬਣਾ ਕੇ ਕਿਸੇ ਚੀਜ਼ ਨੂੰ ਵੀ ਪਰਮਾਤਮਾ ਇਹੋ ਜਿਹਾ। ਥਾਪਿਆ ਦਾ ਮਤਲਬ ਹੁੰਦਾ ਹੈ ਥਾਪਣਾ, ਬਣਾਉਣਾ, ਸਾਜਣਾ। ਸਤਿਗੁਰ ਕਹਿੰਦੇ ਨੇ ਉਸ ਕਰਤੇ ਮਾਲਕ ਅਕਾਲ ਪੁਰਖ ਨੂੰ ਥਾਪਿਆ ਨਹੀਂ ਜਾ ਸਕਦਾ, ਉਹਨੂੰ ਬਣਾਇਆ ਨਹੀਂ ਜਾ ਸਕਦਾ। ਉਹਨੂੰ ਕਿਸੇ ਢੰਗ ਦੇ ਨਾਲ ਅਸੀਂ ਇਹ ਆਖੀਏ ਵੀ ਨਹੀਂ ਚੀਜ਼ ਬਣਾ ਦਿੱਤੀ ਤੇ ਬਣਾਉਣ ਤੋਂ ਬਾਅਦ ਆਖੀਏ ਵੀ ਵੇਖੋ ਪਰਮਾਤਮਾ, ਆਹ ਜਿਹੜੀ ਚੀਜ਼ ਹੈ ਇਹ ਪਰਮਾਤਮਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਸ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਨੂੰ ਬਣਾਇਆ ਨਹੀਂ ਜਾ ਸਕਦਾ। ਥਾਪਿਆ ਨਾ ਜਾਏ, ਉਹਨੂੰ ਥਾਪਿਆ ਨਹੀਂ ਜਾ ਸਕਦਾ, ਉਹਨੂੰ ਬਣਾਇਆ ਨਹੀਂ ਜਾ ਸਕਦਾ, ਉਹਨੂੰ ਨਿੰਮਿਆ ਨਹੀਂ ਜਾ ਸਕਦਾ। ਸਾਧ ਸੰਗਤ, ਇੱਕ ਬਚਨ ਬਾਣੀ ਦਾ ਸਾਨੂੰ ਹਮੇਸ਼ਾ ਚੇਤਾ ਰੱਖਣਾ ਚਾਹੀਦਾ ਹੈ। ਜਦੋਂ ਵੀ ਪ੍ਰਮਾਤਮਾ ਦੀ ਗੱਲ ਆਵੇ, ਅਸਲ ਵਿੱਚ ਅਸੀਂ ਭੁਲੇਖਿਆਂ ਦੇ ਵਿੱਚ ਤਾਂ ਪੈਂਦੇ ਹਾਂ। ਵੇਖੋ ਅੱਜ ਦੁਨੀਆ ਦੇ ਅੰਦਰ ਕਰਤੇ ਦੇ ਨਾਲੋਂ ਕਰਤੇ ਦੀ ਕਿਰਤ ਦੀ ਪੂਜਾ ਜ਼ਿਆਦਾ ਹੋ ਰਹੀ ਹੈ। ਥਾਂ ਥਾਂ ਤੇ ਪ੍ਰਮਾਤਮਾ ਦੀਆਂ ਮੂਰਤੀਆਂ ਬਣਾ ਕੇ ਇਹ ਰੱਖਿਆ ਜਾਂਦਾ ਵੀ ਇਹ ਪ੍ਰਮਾਤਮਾ ਦੀ ਮੂਰਤੀ ਹੈ। ਸਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਜਦੋਂ ਸਤਿਗੁਰੂ ਜੀ ਜਗਨਨਾਥਪੁਰੀ ਦੀ ਧਰਤੀ ਤੇ ਗਏ, ਸਹਿਬ ਨੇ ਉਹਨਾਂ ਨੂੰ ਵੇਖਿਆ ਵੀ ਕਿਵੇਂ ਉਹ ਪ੍ਰਮਾਤਮਾ ਨੂੰ, ਰੱਬ ਦੀ ਮੂਰਤੀ ਨੂੰ, ਜਗਤ ਦੇ ਨਾਥ ਦੀ ਮੂਰਤੀ ਨੂੰ ਬਣਾ ਕੇ ਉਹਦੀ ਪੂਜਾ ਕਰਦੇ ਨੇ। ਜਦੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਦੇ ਸਾਰਾ ਬਿਰਤਾਂਤ ਵੇਖਿਆ
ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜਿੱਥੇ ਉਹ ਆਰਤੀ ਕਰ ਰਹੇ ਸਨ, ਸਤਿਗੁਰੂ ਜੀ ਉਹਨਾਂ ਦੇ ਨਾਲ ਉਸ ਥਾਂ ਤੇ ਖੜੇ ਵੀ ਹੋਏ। ਪਰ ਪਾਤਸ਼ਾਹ ਜੀ ਨੇ ਇੱਕ ਬਚਨਿਕ ਸਵਾਲ ਉਹਨਾਂ ਦੇ ਸਾਹਮਣੇ ਕੀਤਾ। ਪਾਤਸ਼ਾਹ ਕਹਿਣ ਲੱਗੇ, ਮੈਂ ਤੁਹਾਡੀ ਇਸ ਆਰਤੀ ਨੂੰ ਵੇਖ ਕੇ ਬੜਾ ਖੁਸ਼ ਹੋਇਆ, ਪਰ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਇਹ ਆਰਤੀ ਕਰ ਕਿੰਦੀ ਰਹੇ ਹੋ? ਉਹ ਕਹਿਣ ਲੱਗੇ, ਅਸੀਂ ਆਰਤੀ ਕਰ ਰਹੇ ਹਾਂ ਜਗਤ ਦੇ ਨਾਥ ਦੀ। ਇਹ ਜਗਨਨਾਥ ਦੀ ਮੂਰਤੀ ਹੈ, ਇਹ ਜਗਨਨਾਥ ਪ੍ਰਤੱਖ ਸਾਡੇ ਸਾਹਮਣੇ ਨੇ। ਤੇ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਜਿਹੜੇ ਜਗਤ ਦੇ ਨਾਥ ਦੀ ਤੁਸੀਂ ਮੂਰਤੀ ਬਣਾ ਕੇ ਉਹਦੀ ਆਰਤੀ ਕਰ ਰਹੇ ਹੋ, ਉਹਦੀ ਵਰਸ਼ਿਪ ਕਰ ਰਹੇ ਹੋ, ਉਹਦੀ ਪੂਜਾ ਕਰ ਰਹੇ ਹੋ, ਉਹ ਪਰਿਪੂਰਨ ਪਰਮਾਤਮਾ, ਉਹ ਜਗਨਨਾਥ, ਤੁਸੀਂ ਇੱਕ ਪਾਸੇ ਉਹਨੂੰ ਜਗਤ ਦਾ ਨਾਥ ਕਹਿੰਦੇ ਹੋ। ਜਗਤ ਦੇ ਨਾਥ ਦਾ ਮਤਲਬ ਹੈ ਜੋ ਪੂਰੀ ਕ੍ਰੀਏਸ਼ਨ ਨੂੰ ਬਣਾਉਣ ਵਾਲਾ ਹੈ। ਆਹ ਧਰਤੀ ਕਿੱਡੀ ਵੱਡੀ ਹੈ ਸਾਧ ਸੰਗਤ। ਇਸ ਧਰਤੀ ਦੀ ਤਰ੍ਹਾਂ ਹੋਰ ਕਿੰਨੇ ਹੀ ਅਨੇਕਾਂ ਗ੍ਰਹਿ ਨੇ ਜਿਹੜੇ ਇਸ ਧਰਤੀ ਨਾਲੋਂ ਵੀ ਵੱਡੇ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਤੁਸੀਂ ਪੂਜਾ ਕਰ ਰਹੇ ਹੋ ਪਰਮਾਤਮਾ ਦੀ। ਇਸ ਥਾਲ ਦੇ ਅੰਦਰ ਤੁਸੀਂ ਮੋਤੀ ਰੱਖ ਲਏ, ਥਾਲ ਦੇ ਅੰਦਰ ਤੁਸੀਂ ਦੀਵਾ ਜਗਾ ਲਿਆ, ਪਰ ਮੈਨੂੰ ਇਹ ਦੱਸੋ, ਇਹ ਥਾਲ ਤੇ ਬੜਾ ਛੋਟਾ ਹੈ। ਇਸ ਥਾਲ ਦੇ ਹਿਸਾਬ ਨਾਲ ਤੇ ਫਿਰ ਜਗਤ ਦਾ ਨਾਥ ਬੜਾ ਛੋਟਾ ਹੈ। ਉਹ ਜਿਹੜਾ ਇੰਨਾ ਵੱਡਾ ਜਗਤ ਦਾ ਨਾਥ ਹੈ, ਉਸ ਜਗਤ ਦੇ ਨਾਥ ਨੂੰ ਤੁਸੀਂ ਮੂਰਤੀ ਦੇ ਰੂਪ ਵਿੱਚ ਕਿਵੇਂ ਸਥਾਪਿਤ ਕਰ ਸਕਦੇ ਹੋ? ਧੰਨ ਗੁਰੂ ਨਾਨਕ ਸਾਹਿਬ ਜੀ ਇਹੀ ਬਚਨ ਕਹਿ ਰਹੇ ਨੇ ਵੀ ਥਾਪਿਆ ਨਾ ਜਾਏ। ਉਹਦੀ ਆਰਤੀ ਕਰਨ ਦੇ ਲਈ, ਉਹਦੀ ਬੰਦਗੀ ਕਰਨ ਦੇ ਲਈ, ਉਹਦੀ ਭਗਤੀ ਕਰਨ ਦੇ ਲਈ ਤੁਹਾਨੂੰ ਥਾਲ ਵੀ ਇੰਨਾ ਵੱਡਾ ਚਾਹੀਦਾ ਜਿੱਡਾ ਵੱਡਾ ਉਹ ਆਪ ਹੈ। ਤੇ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਉਹ ਜਿੰਨੇ ਉੱਥੇ ਪੰਡਤ ਸਨ, ਪਾਂਡੇ ਸਨ, ਸਾਹਿਬ ਨੂੰ ਕਹਿੰਦੇ ਨੇ ਵੀ ਐਡਾ ਵੱਡਾ ਥਾਲ ਕਿੱਥੋਂ ਆਏਗਾ? ਸਤਿਗੁਰ ਪਾਤਸ਼ਾਹ ਕਹਿਣ ਲੱਗੇ, ਉਹ ਥਾਲ ਕਿਤੋਂ ਲਿਆਉਣ ਦੀ ਜ਼ਰੂਰਤ ਨਹੀਂ। ਫਿਰ ਕਹਿੰਦੇ, ਸਤਿਗੁਰੂ ਜੀ ਉਹਦੀ ਆਰਤੀ ਕਿਵੇਂ ਹੋਏਗੀ? ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਉਹਦੀ ਆਰਤੀ ਸਾਨੂੰ ਕਰਨ ਦੀ ਜ਼ਰੂਰਤ ਨਹੀਂ। ਉਹਦੀ ਬਾਹਰਮੁਖੀ ਇਹ ਭੇਖ ਰੂਪੀ ਆਰਤੀ ਸਾਨੂੰ ਕਰਨ ਦੀ ਜ਼ਰੂਰਤ ਨਹੀਂ। ਉਹਦੀ ਆਰਤੀ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਆਪਣੇ ਆਪ ਹੋ ਰਹੀ ਹੈ। ਹੁਣ ਜਿੰਨੇ ਲੋਕ ਸਨ ਬੜੇ ਹੈਰਾਨ ਹੋਏ ਵੀ ਆਪਣੇ ਆਪ ਉਹਦੀ ਆਰਤੀ ਕਿਵੇਂ ਹੋ ਰਹੀ ਹੈ। ਆਰਤੀ ਲਈ ਕੁਝ ਸਮੱਗਰੀ ਚਾਹੀਦੀ ਹੈ, ਧੂਪ ਬੱਤੀ ਚਾਹੀਦੀ ਹੈ, ਦੀਵੇ ਚਾਹੀਦੇ ਨੇ, ਆਰਤੀ ਆਪਣੇ ਆਪ ਕਿਵੇਂ ਹੋ ਜਾਏਗੀ? ਹੁਣ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਾਵਨ ਬਚਨ ਕੇ, ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਅਨ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ। ਸਤਿਗੁਰੂ ਕਹਿੰਦੇ ਨੇ ਉਹਨੂੰ ਥਾਪਿਆ ਨਹੀਂ ਜਾ ਸਕਦਾ। ਇਹ ਗਗਨ ਉਸ ਪਰਮਾਤਮਾ ਦਾ ਮਾਨੋ ਆਰਤੀ ਕਰਨ ਦੇ ਲਈ ਥਾਲ ਹੈ। ਸੂਰਜ ਤੇ ਚੰਦਰਮਾ ਦੋ ਦੀਵੇ ਨੇ ਜਿਹੜੇ ਹਰ ਵਕਤ ਜਗਦੇ ਪਏ ਨੇ, ਹਰ ਵਕਤ ਬੁਝਦੇ ਹੀ ਨਹੀਂ। ਐਸਾ ਨਹੀਂ ਹੈ ਸੂਰਜ ਇਸ ਵਕਤ ਹਿੰਦੁਸਤਾਨ ਦੇ ਅੰਦਰ ਭਾਰਤ ਦੀ ਧਰਤੀ ਤੇ ਛੁਪ ਗਿਆ ਤੇ ਸੂਰਜ ਕਿਤੇ ਲੁਕ ਗਿਆ, ਭਾਵ ਸੂਰਜ ਵੀ ਵਿਸ਼ਰਾਮ ਕਰਨ ਚਲਾ ਗਿਆ। ਅਸੀਂ ਰਾਤ ਨੂੰ ਲਾਈਟਾਂ ਬੰਦ ਕੀਤੀਆਂ ਤੇ ਸੋ ਗਏ। ਐਸਾ ਨਹੀਂ ਹੈ ਵੀ ਹੁਣ ਸੂਰਜ ਵੀ ਬੰਦ ਹੋ ਗਿਆ, ਛੁਪ ਗਿਆ ਤੇ ਉਹ ਵੀ ਕਿਤੇ ਆਰਾਮ ਕਰਨ ਚਲਾ ਗਿਆ। ਨਹੀਂ, ਸਾਧ ਸੰਗਤ ਉਹ ਹਰ ਵਕਤ ਚੱਲ ਰਿਹਾ, ਹਰ ਵਕਤ ਉਹਦਾ ਕੰਟੀਨਿਊ ਚੱਲਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਉਹ ਪਰਿਪੂਰਨ ਪਰਮਾਤਮਾ ਦੇ ਹੁਕਮ ਵਿੱਚ ਹੈ। ਉਹਨੂੰ ਜਿਸ ਦਿਨ ਪਰਮਾਤਮਾ ਨੇ ਸਾਜਿਆ ਤੇ ਉਹਨੂੰ ਹੁਕਮ ਕਰ ਦਿੱਤਾ ਕਿ ਤੂੰ ਕੰਟੀਨਿਊ ਚੱਲਣਾ ਹੈ, ਜਦੋਂ ਤੱਕ ਮੇਰਾ ਹੁਕਮ ਹੈ। ਸਤਿਗੁਰ ਕਹਿੰਦੇ ਨੇ ਉਹ ਚੱਲ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਹੀ ਬਚਨ ਕਹਿ ਰਹੇ ਨੇ। ਸਤਿਗੁਰ ਕਹਿੰਦੇ ਨੇ ਉਸ ਮਾਲਕ ਨੂੰ ਥਾਪਿਆ ਨਾ ਜਾਏ, ਕੀਤਾ ਨਾ ਹੋਏ। ਸਭ ਕਹਿੰਦੇ ਨੇ ਸਾਡੇ ਕਰਨ ਦੇ ਨਾਲ ਹੋਏਗਾ ਨਹੀਂ। ਮੰਨ ਲਓ ਅਸੀਂ ਉਸ ਪਰਮਾਤਮਾ ਨੂੰ ਮੂਰਤੀ ਦੇ ਰੂਪ ਵਿੱਚ ਸਥਾਪਿਤ ਕਰ ਦਈਏ, ਸਾਡੇ ਕਰਨ ਦੇ ਨਾਲ, ਕਿਉਂਕਿ ਉਹ ਕਰਤਾ ਅਜੂਨੀ ਹੈ। ਧਿਆਨ ਦੇਣਾ, ਸਾਹਿਬ ਨੇ ਜਦੋਂ ਮੂਲ ਮੰਤਰ ਦਿੱਤਾ ਨਾ ਸਾਨੂੰ ਸਭ ਤੋਂ ਪਹਿਲਾਂ, ਜਿਹਨੂੰ ਅਸੀਂ ਮੰਗਲਾਚਰਨ ਵੀ ਕਹਿੰਦੇ ਆ, ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਸਭ ਤੋਂ ਪਹਿਲਾਂ ਪਰਮਾਤਮਾ ਦੇ ਵਿਸ਼ੇਸ਼ ਗੁਣ ਸਾਡੇ ਸਾਹਮਣੇ ਰੱਖੇ ਨੇ। ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਸਾਡੇ ਉਹ ਭਰਮ ਦੂਰ ਕੀਤੇ ਨੇ ਜਿਨ੍ਹਾਂ ਵਿੱਚ ਬੰਦਾ ਆਦਿ ਕਾਲ ਤੋਂ ਜੀ ਰਿਹਾ ਸੀ। ਉਹ ਭਰਮ ਕੀ ਸਨ? ਪਰਮਾਤਮਾ ਨੂੰ ਕਿਸੇ ਸਰੂਪ ਦੇ ਵਿੱਚ ਯਾਦ ਕਰਨਾ। ਅੱਗੇ ਚੱਲ ਕੇ ਬਚਨ ਆਣਗੇ ਜਿੱਥੇ ਸਤਿਗੁਰ ਕਹਿਣਗੇ, ਕਾਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਪਰ ਗੁਰੂ ਰਾਮਦਾਸ ਜੀ ਕਹਿੰਦੇ ਨੇ, ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ।
विच हौमै कार कमाए। जिन किए तिसै ना चेतै बपुड़े, हर गुरमुख सोझी पाई। गुरु नाल जुड़िया इस गल की सोझी मिलती है। इसे करके साहब की बाणी कहती एको एक वखानी है, बिरला जाने स्वाद। गुण गोबिंद ना जानिए, नानक सब बिस्माद। सब कहते ने जदों तक तू उनके गुणों नूं नहीं जानदा, उदों तक तेनू समझ नहीं आएगी भी वो ते बिस्माद है। वो ते उहनूं समझण दे लई ते तेनू अपने आपे नूं उहदे विच लीन करन दी जरूरत है। तां ही गुरु कलगीधर पातशाह कहंदे ने चक्र चिन्ह अर बरन जात अर पात नहन जे, रूप रंग अर रेख पेख को कह न सकत केह। अचल मूरत अनुभव प्रकाश अमतोज कही जय, कोट इंद्र इंद्रान शाहो शाहान गनीजै। ताई गुरु अर्जुन देव पातशाह कहते ने रूप न रेख न रंग किश, त्रिह गुण ते प्रभ भिन्न। तिसै बुझाए नानका, जिस होवे सो प्रसन्न कीता ना होए। वो साडे करन दे नाल नहीं होएगा। ਉਹਨੂੰ ਜੇ ਅਸੀਂ ਕਿਸੇ ਮੂਰਤੀ ਦੇ ਰੂਪ ਵਿੱਚ ਕਿਸੇ ਮੰਦਰ ਵਿੱਚ ਸਥਾਪਿਤ ਕਰਕੇ ਆਖਾਂਗੇ ਵੀ ਇਹ ਰੱਬ ਦੀ ਮੂਰਤ ਹੈ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਰੱਬ ਦੀ ਮੂਰਤ ਨਹੀਂ, ਇਹਨੂੰ ਬਣਾਉਣ ਵਾਲਾ ਇਨਸਾਨ। ਧਿਆਨ ਦੇਣਾ, ਜਦੋਂ ਕੋਈ ਚੀਜ਼ ਕਿਸੇ ਇਨਸਾਨ ਦੁਆਰਾ ਘੜੀ ਜਾਂਦੀ ਹੈ, ਬਣਾਈ ਜਾਂਦੀ ਹੈ, ਕ੍ਰੀਏਟਰ ਹਮੇਸ਼ਾ ਵੱਡਾ ਹੁੰਦਾ ਹੈ, ਕ੍ਰੀਏਸ਼ਨ ਹਮੇਸ਼ਾ ਛੋਟੀ ਹੁੰਦੀ ਹੈ, ਕਿਰਤ ਛੋਟੀ ਹੁੰਦੀ ਹੈ ਤੇ ਕਰਤਾ ਵੱਡਾ ਹੁੰਦਾ ਹੈ। ਕਿਉਂ? क्योंकि करता इस किरत वर्गियां होर कई बना सकता है। गल होर समझ विच आए, मान लो साध संगत किसी बंदे ने कोई बिल्डिंग बनाई बड़ी सोहनी है, जिस बंदे ने बिल्डिंग बनाई है वो बंदा उस बिल्डिंग नालों वड्डा है, क्योंकि वो इस वर्गियां होर कई बना सकता है। जिन्हें एक बनाई है होर इस वर्गियां कई बना सकता है। बिल्डिंग वड्डी नहीं है। बाबा कबीर साहब जी का एक बचन बड़ा प्यारा, कहते चच्चा रचत चित्र है भारी, तज चित्र चेतो चितकारी। परमात्मा ने सृष्टि बड़ा सोहना चित्र बनाया। हुण बंदा उस चित्र नूं ते चित्र दे नाल ते जुड़ गया, पर जिन्हें चित्र बनाया उन्होंने विसार बैठा है। कितनी कमाल दी गल है। साहब कहते ने जिंदा बनाया चित्र इन्ना सोहना है। बाबा कबीर साहब कहते ने वो करता कितना सोहना होएगा, वो क्रिएटर कितना सोहना होएगा जिन्हें इस चित्र नूं बनाया है। ध्यान देना, क्रिएशन किरत उस समा पा के खत्म हो सकती है, पर जिन्हें किरत बनाई है ना, ध्यान देना, उस दी ओ किरत, उस दी ओ जिहड़ी आर्ट है, वो एक बार जदों ने कोई चीज़ थाप दी बना दी, उन्होंने 500 साल बाद तक भी याद किया जाता भी इस बंदे ने आ चीज़ बनाई सी। ताज महल आपां वेखने आ, लाल किला आपां बनिया वेखने आ, पर ध्यान देना इन्हां नूं बनाउण वाले सालां पहलां मर गए, पर वो चीज़ अज भी साडे अंदर, वो जिन्हां ने चीज़ां बनाईयां ने साडे अंदर अज भी वो बंदियां दी याद, जदों असीं वेखने आ चीज़ां नूं असीं कहने आ यार जिन्हें चीज़ बनाई होएगी बंदे किन्ने कमाल दे होणगे, उन्हां दी आर्ट नूं असीं अज भी सजदा करने आ। ये क्रिएशन परमात्मा दी आर्ट है, परमात्मा दी कला है। ये खत्म हो सकती है, पर परमात्मा रब जी वो कदी खत्म नहीं हो सकते, क्योंकि उन्होंने थापिया नहीं जा सकता। वो साडे करन दे नाल नहीं बनणगे। तां ही सतगुर कहंदे ने थापिया ना जाए, कीता ना होए, आपे आप निरंजन सोए। सब कहंदे ने वो अपने आप तो है। निरंजन का मतलब है जिन्हों माया दी मैल कालक नहीं, निरअंजन। अंजन कहते ने मैल नूं, कालक नूं। निरअंजन का भाव है जिन्हों कोई मैल नहीं, माया दी मैल। ये सारी सृष्टि साध संगत मैं हाँ, तुसी सब असी माया दे प्रभाव विच जी रहे हैं। असी सब माया दे प्रभाव विच हाँ। हुण माया अनेकां रूपां विच साडे जीवन विच वरतदी है, जिन्हों बाबा कबीर साहब कहते ने कबीर आई मुझे पै, अनिक करे कर भेख, हम राखे गुरे अपने उन कीनों आदेश। ये मालक दी किरपा। बाबा कबीर साहब कहते हैं कि मैं उनके अनेकां भेखां नूं भी समझ गया। वो जिवें जिवें रंग रूप बदल के आई मैं समझदा गया
ਕਿਉਂਕਿ ਸਤਿਗੁਰ ਨੇ ਮੈਨੂੰ ਅੰਦਰੋਂ ਉਹ ਗਿਆਨ, ਗੂੜ ਗਿਆਨ ਦੇ ਦਿੱਤਾ, ਵਿਵੇਕ ਬੁੱਧ ਦੇ ਦਿੱਤੀ, ਜਿਹਨੂੰ ਕਬੀਰ ਸਾਹਿਬ ਕਹਿੰਦੇ ਨੇ, ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਉ ਵਿਵੇਕੋ। ਮੈਨੂੰ ਉਹ ਗੁਰੂ ਮਿਲ ਗਿਆ ਹੈ ਜਿੰਦਾ ਨਾਮ ਵਿਵੇਕ ਹੈ, ਭਾਵ ਉਹ ਮੱਤ ਮਿਲ ਗਈ ਹੈ ਜਿਹਨੇ ਮੈਨੂੰ ਇਹ ਨਿਰਣਾ ਕਰਨ ਦੀ ਸੋਝੀ ਦੇ ਦਿੱਤੀ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਆਪਣੇ ਆਪ ਤੋਂ ਹੈ, ਜਿਹਨੂੰ ਤੁਸੀਂ ਰੋਜ਼ ਪਾਵਨ ਆਸਾ ਦੀ ਵਾਰ ਵਿੱਚ ਪੜ੍ਹਦੇ ਹੋ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਏ ਕੁਦਰਤ ਸਾਜੀਐ, ਕਰ ਆਸਨ ਡਿਠੋ ਚਾਓ, ਦਾਤਾ ਕਰਤਾ ਆਪ ਤੂੰ। ਦਾਤਾ ਵੀ ਆਪ ਹੈ ਤੇ ਕਰਤਾ ਵੀ ਆਪ ਹੈ, ਆਪੇ ਆਪ ਨਿਰੰਜਨ ਸੋਏ। ਸਤਿਗੁਰ ਕਹਿੰਦੇ ਨੇ ਜਿਨ ਸੇਵਿਆ, हे ਮੇਰੇ ਮਾਲਕ ਜੀ, ਜਿਨੇ ਤੈਨੂੰ ਸੇਵਿਆ, ਜਿਨੇ ਤੈਨੂੰ ਚੇਤੇ ਕੀਤਾ, ਜਿਨੇ ਤੈਨੂੰ ਯਾਦ ਕੀਤਾ। ਸੇਵਿਆ ਦਾ ਭਾਵ ਹੁੰਦਾ ਹੈ ਯਾਦ ਕਰਨਾ। ਧਿਆਨ ਦੇਣਾ ਸਾਧ ਸੰਗਤ, ਬਾਣੀ ਵਿੱਚ ਕਈ ਥਾਵਾਂ ਤੇ ਸੇਵ ਸ਼ਬਦ ਜਾਂ ਸੇਵਿਆ ਸ਼ਬਦ ਦੇ ਅਰਥ ਸੇਵਾ ਦੇ ਰੂਪ ਵਿੱਚ ਵੀ ਆਏ ਨੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਦਰ ਬਾਣੀ ਦੇ ਪ੍ਰਕਰਨ ਦੇ ਹਿਸਾਬ ਨਾਲ ਸਾਨੂੰ ਸਮਝਣਾ ਪਏਗਾ। ਸੇਵਿਆ ਦਾ ਭਾਵ ਹੈ ਸੇਵਨਾ, ਯਾਦ ਕਰਨਾ, ਚੇਤੇ ਕਰਨਾ, ਰੱਬੀ ਗੁਣਾਂ ਦੇ ਵਿੱਚ ਜੀਣਾ। ਜਿਨ੍ਹਾਂ ਨੇ ਪ੍ਰਮਾਤਮਾ ਜੀ, ਰੱਬ ਜੀ ਤੁਹਾਨੂੰ ਸੇਵਿਆ, ਤੁਹਾਡੇ ਗੁਣਾਂ ਨੂੰ, ਤੁਹਾਡੀ ਕਿਰਤ ਨੂੰ ਵੇਖ ਕੇ ਤੁਹਾਨੂੰ ਯਾਦ ਕੀਤਾ ਹੈ, ਤਿਨ ਪਾਇਆ ਮਾਨ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਨਾਂ ਨੇ ਸਤਿਗੁਰ ਜੀ ਮਾਨ ਪਾ ਲਿਆ। ਇੱਕ ਪੰਕਤੀ, ਕਿਉਂਕਿ ਨਾਲ ਨਾਲ ਮੇਰਾ ਯਤਨ ਹੈ ਸਾਧ ਸੰਗਤ, ਘੱਟ ਤੋਂ ਘੱਟ ਜਿਹੜੀ ਪੰਕਤੀ ਪੜ੍ਹੀ ਉਹਦੇ ਨਾਲ ਬਾਣੀ ਵਿੱਚੋਂ ਇੱਕ ਪ੍ਰਮਾਣ ਆਪਾਂ ਜ਼ਰੂਰ ਲੈ ਕੇ ਚੱਲੀਏ। ਸਾਹਿਬ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਦਾ ਤੁਸੀਂ ਬਚਨ ਪੜ੍ਹਦੇ ਹੋ। ਸਾਹਿਬ ਕਹਿੰਦੇ ਨੇ, ਗੋਬਿੰਦ 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 ਸੰਗ, ਨਾਮ ਦਿਓ ਮਨ ਲੀਨਾ, ਆਡ ਦਾਮ ਕੋ ਛਿਪਰੋ ਹੋਇਓ ਲਾਖੀਨਾ, ਜਿਨ ਸੇਵਿਆ ਤਿਨ ਪਾਇਆ ਮਾਨ। ਜਿਨ੍ਹਾਂ ਨੇ ਤੈਨੂੰ ਸੇਵਿਆ ਉਹਨਾਂ ਨੇ ਮਾਨ ਪਾਇਆ, ਉਹਨਾਂ ਨੂੰ ਇੱਜ਼ਤ ਮਿਲੀ, ਉਹਨਾਂ ਨੂੰ ਵਡਿਆਈ ਮਿਲੀ। ਧਿਆਨ ਦੇਣਾ, ਸੰਸਾਰ ਅੰਦਰ ਵਡਿਆਈ ਤੇ ਮਾਇਆਧਾਰੀ ਬੰਦੇ ਨੂੰ ਵੀ ਮਿਲਦੀ ਹੈ। ਗੁਰੂ ਘਰ ਦੇ ਅੰਦਰ ਕੋਈ ਪੋਲੀਟੀਸ਼ੀਅਨ ਆ ਜਾਏ, ਭਾਵੇਂ ਉਹ ਕਦੀ ਗੁਰਦੁਆਰੇ ਨਾ ਗਿਆ ਹੋਵੇ, ਭਾਵੇਂ ਉਹਨੇ ਕਦੀ ਬਾਣੀ ਨਾ ਪੜ੍ਹੀ ਹੋਵੇ, ਭਾਵੇਂ ਉਹਨੂੰ ਸੱਚ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਦਰ ਕਿੰਨੇ ਗੁਰੂਆਂ ਦੀ ਬਾਣੀ ਇਹ ਵੀ ਨਾ ਪਤਾ ਹੋਵੇ, ਭਾਵੇਂ ਉਹਨੂੰ ਇੱਕ ਓੰਕਾਰ ਵੀ ਬੋਲਣਾ ਨਾ ਆਉਂਦਾ ਹੋਵੇ, ਧਿਆਨ ਦੇਣਾ, ਵਡਿਆਈ ਤੇ ਅਸੀਂ ਉਹਦੇ ਗੱਲ 'ਚ ਵੀ ਸਰੂਪਾ ਪਾਈ ਦਿੰਦੇ ਹਾਂ। ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਜਿਨ ਸੇਵਿਆ ਤਿਨ ਪਾਇਆ ਮਾਨ। ਇੱਕ ਵਡਿਆਈ ਮਾਇਆ ਦੀ ਹੈ। ਧਿਆਨ ਦੇਣਾ, ਜਿਹੜਾ ਪ੍ਰਭਤਾ ਵਡਿਆਈ ਮਾਇਆ ਕਰਕੇ ਮਿਲੀ ਹੈ, ਉਹ ਵਡਿਆਈ ਸਦੀਵੀ ਨਹੀਂ ਹੈ ਸਾਧ ਸੰਗਤ। ਉਹ ਉਨੀ ਦੇਰ ਤੱਕ ਹੈ ਜਿੰਨੀ ਦੇਰ ਤੱਕ ਬੰਦੇ ਕੋਲੋਂ ਉਹ ਅਵਸਥਾ ਹੈ, ਉਹ ਪਦ ਹੈ, ਜਿਹਨੂੰ ਉਸ ਪਦ ਤੋਂ ਥੱਲੇ ਉਤਰਦਾ ਹੈ, ਫਿਰ ਉਹਦੀ ਉਹ ਵਡਿਆਈ ਖੁੱਸ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਪਰ ਜਿਹੜੀ ਵਡਿਆਈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਦਾਤਾਰ ਪਿਤਾ ਤੁਹਾਨੂੰ ਯਾਦ ਕਰਕੇ ਤੁਹਾਡੇ ਗੁਣਾਂ ਦੇ ਵਿੱਚ ਜੁੜਿਆ ਮਿਲਦੀ ਹੈ, ਉਹ ਵਡਿਆਈ ਇੱਕ ਸਮੇਂ ਦੀ ਨਹੀਂ ਹੈ, ਉਹ ਵਡਿਆਈ ਸਰਬਕਾਲੀ ਹੈ। ਤਾਂ ਹੀ ਪਾਤਸ਼ਾਹ ਕਹਿੰਦੇ ਨੇ, ਗੋਬਿੰਦ 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 ਸੰਗ, ਨਾਮ ਦਿਓ ਮਨ ਲੀਨਾ, ਆਡ ਦਾਮ ਕੋ ਛਿਪਰੋ ਹੋਇਓ ਲਾਖੀਨਾ। ਅੱਧੀ ਕੌਡੀ ਦਾ ਛਿੰਬਾ ਭਗਤ ਨਾਮਦੇਵ ਜੀ ਲੱਖਾਂ ਦਾ ਹੋ ਗਿਆ। ਤਨਨਾ ਬੁਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾਂ ਜੋ ਲਾਹਰਾ ਭਇਓ ਗੁਣੇ ਗਹੀਰਾ। ਨੀਚ ਕੁਲ ਵਿੱਚ ਪੈਦਾ ਹੋਣ ਵਾਲਾ ਬਾਬਾ ਕਬੀਰ ਸਾਹਿਬ ਜੀ ਉਹ ਲੱਖਾਂ ਦਾ ਹੋ ਗਿਆ, ਉਹ ਗੁਣਾਂ ਦੇ ਨਾਲ ਭਰ ਗਿਆ। ਇਸੇ ਕਰਕੇ ਸਤਿਗੁਰ ਕਹਿੰਦੇ ਨੇ, ਜਿਨਨੇ ਸੇਵਿਆ ਹੈ ਮੇਰੇ ਮਾਲਕ ਜੀ, ਉਹਨਾਂ ਤੁਹਾਡੇ ਚਰਨਾਂ ਵਿੱਚੋਂ ਮਾਣ ਲੈ ਲਿਆ, ਇੱਜ਼ਤ ਪ੍ਰਾਪਤ ਕਰ ਲਈ। ਉਹ ਭਾਵੇਂ ਕੋਈ ਵੀ ਨੇ। ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹਨੇ ਆ, ਸੱਜਣ ਦੀ ਗੱਲ ਬੜੀ ਵਾਰੀ ਆਉਂਦੀ ਹੈ। ਅਸੀਂ ਅੱਜ ਤੱਕ ਵੀ ਸੱਜਣ ਨੂੰ ਠੱਗ ਕਹਿੰਦੇ ਆ, ਪਰ ਮੈਂ ਕਹਿੰਦਾ ਸੱਚ ਵਿੱਚ ਠੱਗ ਅਸੀਂ ਆ, ਸੱਜਣ ਨਹੀਂ ਹੈ। ਅਸੀਂ ਇੰਨੀ ਬਾਣੀ ਪੜ੍ਹ ਕੇ ਵੀ ਉੱਥੇ ਹੀ ਖੜੇ ਹੋਏ ਆ। ਸੱਜਣ ਨੇ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਉਪਦੇਸ਼ ਸੁਣ ਕੇ ਵੀ ਆਪਣੇ ਆਪ ਨੂੰ ਚੇਂਜ ਕਰ ਲਿਆ, ਬਦਲ ਲਿਆ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜਿਨ੍ਹਾਂ ਨੇ ਸਤਿਗੁਰ ਤੈਨੂੰ ਸੇਵਿਆ ਹੈ ਨਾ, ਉਹਨਾਂ ਨੇ ਤੇਰੇ ਚਰਨਾਂ ਵਿੱਚੋਂ ਮਾਣ ਪ੍ਰਾਪਤ ਕਰ ਲਿਆ, ਉਹਨਾਂ ਨੂੰ ਸਦੀਵੀ ਇੱਜ਼ਤ ਮਿਲ ਗਈ। ਉਹ ਸਦੀਆਂ ਤੱਕ, ਜੁਗਾਂ ਤੱਕ ਸਤਿਗੁਰ ਜੀ ਪੂਜਨੀਕ ਬਣ ਗਏ। ਨਾਨਕ ਗਾਵੀਐ ਗੁਣੀ ਨਿਧਾਨ, ਹੈ ਨਾਨਕ ਜੀ ਤੂੰ ਵੀ ਉਸ ਗੁਣਾਂ ਦੇ ਖਜ਼ਾਨੇ ਪਰਮਾਤਮਾ ਨੂੰ ਗਾ, ਤੂੰ ਵੀ ਉਸ ਗੁਣਾਂ ਦੇ ਖਜ਼ਾਨੇ ਪਰਮਾਤਮਾ ਨੂੰ ਚੇਤੇ ਕਰ, ਤੂੰ ਵੀ ਉਸ ਪਰਮਾਤਮਾ ਦੇ ਅੰਮ੍ਰਿਤ ਗੁਣਾਂ ਨਾਲ ਜੁੜ। ਨਾਨਕ ਗਾਵੀਐ ਗੁਣੀ ਨਿਧਾਨ।
ਫਿਰ ਪਾਤਸ਼ਾਹ ਕਹਿੰਦੇ ਨੇ ਗਾਵੀਐ ਸੁਣੀਐ ਮਨ ਰੱਖੀਐ ਭਾਉ। ਧਿਆਨ ਦੇਣਾ, ਗਾਣਾ ਸੁਣਨਾ ਤੇ ਮਨ ਦੇ ਵਿੱਚ ਭਾਉ। ਭਾਉ ਦਾ ਮਤਲਬ ਹੈ ਰੱਬ ਜੀ ਦੇ ਪ੍ਰਤੀ, ਗਾਵੇ ਤੇ ਸੁਣੇ ਦੇ ਪ੍ਰਤੀ ਪਿਆਰ ਰੱਖਣਾ। ਗੁਰੂ ਰਾਮਦਾਸ ਸਾਹਿਬ ਜੀ ਦਾ ਇੱਕ ਬਚਨ ਹੁੰਦਾ ਹੈ ਸਾਧ ਸੰਗਤ, ਪਾਤਸ਼ਾਹ ਕਹਿੰਦੇ ਨੇ ਸੇਵਕ ਸਿੱਖ ਪੂਜਨ ਸਭ ਆਵੇਂ, ਸਭ ਗਾਵੇਂ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਗੁਰੂ ਰਾਮਦਾਸ ਜੀ ਕਹਿੰਦੇ ਨੇ ਸਤਿਗੁਰ ਕਮਾਲ ਹੈ, ਲੱਖਾਂ ਹਜ਼ਾਰਾਂ ਲੋਕ ਤੈਨੂੰ ਰੋਜ਼ ਗਾ ਰਹੇ ਨੇ, ਰੋਜ਼ ਤੈਨੂੰ ਚੇਤੇ ਕਰ ਰਹੇ ਨੇ। ਗੁਰਦੁਆਰੇ, ਮੰਦਰ, ਮਸਜਿਦਾਂ, ਧਾਰਮਿਕ ਸਥਾਨ ਭਰੇ ਹੋਏ ਨੇ, ਵੱਡੇ ਵੱਡੇ ਪੰਡਾਲ ਲੱਗੇ ਨੇ ਜਿੱਥੇ ਰੱਬ ਨੂੰ, ਪ੍ਰਮਾਤਮਾ ਨੂੰ ਕਿਸੇ ਨਾ ਕਿਸੇ ਢੰਗ ਨਾਲ ਯਾਦ ਕੀਤਾ ਜਾ ਰਿਹਾ ਹੈ। ਪਰ ਕੀ ਕਾਰਨ ਹੈ ਵੀ ਸਮਾਜ ਅੱਜ ਸਾਡਾ ਇਸ ਅਵਸਥਾ ਦੇ ਵਿੱਚ ਖੜਾ ਹੈ, ਇੰਨੇ ਨਿਗਾਰ ਵਿੱਚ ਖੜਾ ਹੈ। ਬੰਦੇ ਨੂੰ ਬਾਹਰ ਨਿਕਲਣ ਲੱਗਿਆ ਬੰਦੇ ਤੋਂ ਡਰ ਲੱਗ ਰਿਹਾ, ਇਨਸਾਨ ਨੂੰ ਇਨਸਾਨ ਤੋਂ ਡਰ ਲੱਗ ਰਿਹਾ। ਉਹਦਾ ਕਾਰਨ ਕੀ ਹੈ? ਸਤਿਗੁਰ ਪਾਤਸ਼ਾਹ ਕਹਿੰਦੇ ਨੇ ਗੱਲ ਇਹ ਹੈ ਕਿ ਇਹਨੇ ਗਾਵਿਆ ਤੇ ਸੁਣਿਆ ਜ਼ਰੂਰ ਹੈ, ਪਰ ਪਾਤਸ਼ਾਹ ਕਹਿੰਦੇ ਨੇ ਇਹਨੇ ਪ੍ਰਮਾਤਮਾ ਦੇ ਗਾਵੇ ਸੁਣੇ ਨਾਲ ਪਿਆਰ ਨਹੀਂ ਕੀਤਾ। ਇਹਨੇ ਗਾਵਿਆ ਤੇ ਸੁਣਿਆ ਹੈ ਪਰ ਉਹਦੇ ਨਾਲ ਪ੍ਰੀਤ ਨਹੀਂ ਬਣਾਈ। ਇਸ ਕਰਕੇ ਇਹਦਾ ਗਾਵਿਆ ਸੁਣਿਆ ਇਹਦੇ ਜੀਵਨ ਦੀ ਰਹਿਤ ਨਹੀਂ ਬਣਿਆ, ਇਹਦੇ ਜੀਵਨ ਦੇ ਇਹਦੇ ਕਰਮਾਂ ਦੇ ਵਿੱਚ ਸ਼ਾਮਿਲ ਨਹੀਂ ਹੋਇਆ। ਤੇ ਜਿਹੜੀ ਚੀਜ਼ ਕਰਮ ਵਿੱਚ ਸ਼ਾਮਿਲ ਨਹੀਂ ਹੋਈ, ਮੇਰੇ ਸਤਿਗੁਰ ਕਹਿੰਦੇ ਨੇ ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਾ ਗਾਤੀ ਲੁੱਟੇ। ਪਾਤਸ਼ਾਹ ਕਹਿੰਦੇ ਨੇ ਫਿਰ ਉਹ ਧਰਮੀ ਨਹੀਂ, ਉਹ ਪਖੰਡੀ ਹੈ। ਸਭ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਦੁੱਖ ਪਰ ਹਰ ਸੁਖ ਕਰ ਲਿਆ ਜਾਏ। ਜਿਨੇ ਮਨ ਵਿੱਚ ਭਾਉ ਬਣਾ ਲਿਆ ਫਿਰ ਉਹ ਦੁੱਖ ਪਰ ਹਰ, ਉਹਨਾਂ ਦੇ ਜੀਵਨ ਵਿੱਚੋਂ ਦੁੱਖ ਦੂਰ ਹੋ ਜਾਂਦੇ ਨੇ। ਸੁਖ ਕਰ ਲਿਆ ਜਾਏ। ਸੁਖ ਇੱਥੇ ਖੱਖੇ ਨੂੰ ਔਂਕੜ ਹੈ ਸਾਧ ਸੰਗਤ, ਇੱਕ ਵਚਨ ਸ਼ਬਦ ਹੈ ਪਲੂਰਲ। ਇਹਦਾ ਮਤਲਬ ਹੈ ਆਤਮਕ ਸੁਖ, ਕਿਉਂਕਿ ਸੁਖ ਦੁਨਿਆਵੀ ਵੀ ਨੇ, ਦੁੱਖ ਬਹੁਵਚਨ ਹੈ। ਉਹ ਦੁਨਿਆਵੀ ਦੁੱਖ ਸਾਰੇ ਉਹਦੇ ਪਰ ਹਰ ਦੂਰ ਹੋ ਜਾਂਦੇ ਨੇ। ਸੁਖ ਇੱਥੇ ਆਤਮਕ ਸੁਖ। ਦੁਨਿਆਵੀ ਸੁਖ ਜਿਹੜਾ ਉਹ ਸਦੀਵੀ ਨਹੀਂ ਹੁੰਦਾ ਸਾਧ ਸੰਗਤ, ਕੋਈ ਵੀ ਹੈ। ਨਾ ਪਦਾਰਥ, ਨਾ ਪੁੱਤਰ, ਨਾ ਧੀਆਂ, ਨਾ ਵਸਤੂਆਂ, ਕੋਈ ਵੀ ਚੀਜ਼, ਨਾ ਮਾਇਕ, ਉਹ ਸਦਾ ਲਈ ਨਹੀਂ ਹੈ। ਉਹ ਕੁਝ ਸਮੇਂ ਲਈ ਹੁੰਦੇ ਨੇ, ਕੁਝ ਸਮੇਂ ਬਾਅਦ ਉਹਨਾਂ ਦੀ ਤਾਸੀਰ ਬਦਲ ਜਾਂਦੀ ਹੈ। ਪਰ ਪਾਤਸ਼ਾਹ ਕਹਿੰਦੇ ਨੇ ਜਿਹੜਾ ਸੁਖ ਆਤਮਕ ਸੁਖ ਪਰਮਾਤਮਾ ਦੇ ਨਾਮ ਦਾ ਸੁਖ ਹੈ, ਉਹ ਸਤਿਗੁਰ ਕਹਿੰਦੇ ਨੇ ਫਿਰ ਰੱਬੀ ਪਿਆਰੇ ਆਪਣੇ ਹਿਰਦੇ ਘਰ ਵਿੱਚ ਭਰ ਲੈਂਦੇ ਨੇ। ਉਹ ਆਤਮਕ ਗੁਣਾਂ ਨਾਲ ਭਰ ਜਾਂਦੇ ਨੇ। ਫਿਰ ਸਭ ਕਹਿੰਦੇ ਨੇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ। ਧਿਆਨ ਦੇਣਾ, ਨਾਦ ਸ਼ਬਦ ਦਾ ਭਾਵ ਹੁੰਦਾ ਹੈ ਆਵਾਜ਼। ਇੱਥੇ ਨਾਦ ਸ਼ਬਦ ਜਿਹੜਾ ਸਤਿਗੁਰ ਨੇ ਵਰਤਿਆ ਦਾ ਭਾਵ ਹੈ ਗੁਰੂ ਦਾ ਦਿੱਤਾ ਹੋਇਆ ਨਾਮ। ਗੁਰੂ ਦੀ ਆਵਾਜ਼ ਕੀ ਹੈ? ਗੁਰੂ ਦਾ ਉਪਦੇਸ਼, ਜਿਹਨੂੰ ਅਸੀਂ ਨਾਮ ਕਹਿੰਦੇ ਹਾਂ ਬਾਣੀ ਵਿੱਚ। ਫਿਰ ਦੂਸਰਾ ਸ਼ਬਦ ਹੈ ਵੇਦੰ। ਵੇਦ ਦਾ ਭਾਵ ਹੁੰਦਾ ਹੈ ਗਿਆਨ। ਧਿਆਨ ਦੇਣਾ, ਇੱਥੇ ਇਹ ਸ਼ਬਦ ਬਾਣੀ ਦੇ ਅੰਦਰ ਵੇਦ ਸ਼ਬਦ ਜਿਹੜਾ ਹੈ ਉਹ 4 ਵੇਦ ਜਦੋਂ ਆਏਗਾ ਉਦੋਂ ਹਿੰਦੂ ਧਰਮ ਦੇ 4 ਵੇਦਾਂ ਦੀ ਗੱਲ ਹੈ, ਕਿਉਂਕਿ ਨਾਲ ਗਿਣਤੀ ਆ ਗਈ ਕਿੰਨੇ ਵੇਦ ਨੇ। ਜਦੋਂ ਵੇਦ ਸ਼ਬਦ ਮੁਕਤਾ ਆਏਗਾ, ਇਹਦਾ ਮਤਲਬ ਹੈ ਗਿਆਨ ਪ੍ਰਮਾਤਮਾ ਦਾ, ਰੱਬ ਜੀ ਦਾ ਦਿੱਤਾ ਹੋਇਆ ਗੂੜ ਗਿਆਨ, ਜਿਹੜਾ ਜਿਹਨੂੰ ਕਬੀਰ ਸਾਹਿਬ ਕਹਿੰਦੇ ਨੇ ਦੇਖੋ ਭਾਈ ਗਿਆਨ ਕੀ ਆਈ ਆਂਦੀ, ਜਿਹਨੂੰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਗਿਆਨ ਖੜਗ ਲੈ ਮਨ ਸੋ ਲੂਝੈ। ਪਾਤਸ਼ਾਹ ਜੀ ਕਹਿੰਦੇ ਨੇ ਇਹ ਜਦੋਂ ਗੁਰੂ ਨਾਲ ਜੁੜਿਆ ਹੋਇਆ ਇਨਸਾਨ ਹੀ ਇਸ ਗੱਲ ਨੂੰ ਸਮਝ ਸਕਦਾ ਹੈ। ਗੁਰੂ ਦੀ ਰਾਹੀਂ ਸਮਝ ਆਏਗੀ ਕਿ ਪ੍ਰਮਾਤਮਾ ਜੀ, ਰੱਬ ਜੀ ਦਾ ਨਾਮ ਕੀ ਹੈ, ਪ੍ਰਮਾਤਮਾ ਦਾ ਗਿਆਨ ਕੀ ਹੈ। ਫਿਰ ਉਹ ਗੁਰਮੁਖ ਗੁਰੂ ਦੇ ਨਾਮ ਵਿੱਚ, ਗੁਰੂ ਦੇ ਰਾਹੀਂ, ਗੁਰੂ ਦੇ ਦਿੱਤੇ ਪ੍ਰਮਾਤਮਾ ਦੇ ਨਾਮ ਵਿੱਚ, ਗੁਰੂ ਦੇ ਰਾਹੀਂ ਪ੍ਰਮਾਤਮਾ ਦੇ ਗਿਆਨ ਵਿੱਚ, ਗੁਰੂ ਦੇ ਅੰਦਰ ਨਾਲ ਸਮਾਇਆ ਰਹਿੰਦਾ ਹੈ। ਗੁਰਮੁਖ ਰਿਆ ਸਮਾਈ, ਉਹ ਗੁਰੂ ਦੇ ਵਿੱਚ ਇੱਕ ਮਿਕ ਹੋ ਜਾਂਦਾ ਹੈ। ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੇ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਦਾ ਮੰਨਿਆ, ਸਾਹਿਬ ਨੇ ਭਾਈ ਲਹਿਣੇ ਨੂੰ ਲਹਿਣਾ ਨਹੀਂ, ਉਹਨੂੰ ਅੰਗਦ ਬਣਾ ਕੇ ਆਪਣੇ ਅੰਗ ਨਾਲ ਲਾ ਲਿਆ। ਇਸ ਤਰ੍ਹਾਂ ਜਿਹੜਾ ਗੁਰਸਿੱਖ ਗੁਰੂ ਦੇ ਉਪਦੇਸ਼ ਨੂੰ ਦ੍ਰਿੜ ਕਰਦਾ ਹੈ, ਗੁਰੂ ਉਹਦੇ ਅੰਦਰੋਂ ਦੇ ਆਪਣੇ ਆਪੇ ਨੂੰ ਮਾਰ ਕੇ ਸਤਿਗੁਰੂ ਨੂੰ ਆਪਣੇ ਵਿੱਚ ਲੀਨ ਕਰ ਲੈਂਦੇ ਨੇ, ਉਹਨੂੰ ਆਪਣੇ ਗੁਣਾਂ ਨਾਲ ਜੋੜ ਲੈਂਦੇ ਨੇ। ਉਹ ਫਿਰ ਸੰਸਾਰ ਵਿੱਚ ਜਦੋਂ ਵਰਤਦਾ ਹੈ ਨਾ, ਉਹ ਹਰ ਚੀਜ਼ ਵਿੱਚ ਪ੍ਰਮਾਤਮਾ ਦੀ ਕਿਰਪਾ ਨੂੰ ਜਾਣਦਾ ਹੈ, ਬਖਸ਼ਿਸ਼ ਨੂੰ ਜਾਣਦਾ ਹੈ, ਰਹਿਮਤ ਵਿੱਚ ਜਿੰਦਾ ਹੈ। ਤਾਂ ਹੀ ਸਤਿਗੁਰ ਕਹਿ ਰਹੇ ਨੇ ਗੁਰਮੁਖ ਰਿਆ ਸਮਾਈ, ਗੁਰ ਈਸ਼ਰ। ਉਹਦੇ ਲਈ ਗੁਰੂ ਹੀ ਈਸ਼ਰ ਹੈ, ਗੁਰੂ ਹੀ ਬ੍ਰਹਮਾ ਹੈ ਤੇ ਗੁਰੂ ਹੀ ਪਾਰਵਤੀ ਮਾਈ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਲੋਕ ਈਸ਼ਰ ਨੂੰ
ब्रह्मा नूं, लोग पार्वती नूं मां कहंदे ने, लोग इन्हां दी बंदगी करदे ने, कहंदे ने ब्रह्मा सृष्टि नूं पैदा करन वाला है। सतगुर कहंदे ने जिन्हों गुरु दे दिते हुए ज्ञान दे राही समझ आ गई, उनके लिए गुरु ही ईश्वर है, गुरु ही ब्रह्मा है ते गुरु ही पार्वती माई है। भाव वो बाहरमुखी, ना ब्रह्मा ना पार्वती माई ते ना ईश्वर बाहरमुखी जिहड़े बनाए गए उन्हां नूं पूजदा है। उनके लिए गुरु ही श्रेष्ठ बन जाता है, क्योंकि गुरु ही उन्होंने करते नाल जोड़न दा एक वसीला है। गुरु दे राही उन्होंने एक गूढ़ ज्ञान मिले है। इस करके सतगुर कहते हैं गुर ईश्वर, गुर गोरख ब्रह्मा, गुर पार्वती माई। क्योंकि साध संगत जी तो ऐसी वर्डिंग आती है, असी समाजिक लोग, संसारिक ज्ञान के तल ते जीन वाले लोग, असी इन्हां चीज़ों नूं वेख के बड़े प्रभावित जोने भी। वेखो धन गुरु नानक साहब जी ने पार्वती दी, ब्रह्मा दी गल कीती, पर किस वे विच कीती है, किस प्रकरण विच कीती है, ये समझना बाणी विचों बड़ा जरूरी है। क्योंकि सतगुर ने करता परमात्मा नूं आख्या है। लोगों ने ब्रह्मा दीयां मूर्तियां बनाईयां, पार्वती दीयां मूर्तियां बनाईयां, सीरियल हुंदे ने, उत्थे ब्रह्मा दा रोल कीता जांदा है, उत्थे ईश्वर दा रोल कीता जांदा है, उत्थे पार्वती दा रोल कीता जांदा है। पर धन गुरु नानक साहब कहंदे ने गुरु ने मैनूं वो ज्ञान दे दिता कि भाई ये सब मिथ्या है। वो जिहड़ा परमात्मा करता है उन्होंने ते थापिया जा ही नहीं सकता, उन्होंने ते बनाया जा ही नहीं सकता। वो तो अपने आप तो है, स्वैभंग है, वो तो स्वैभू है। पातशाह जी इसे करके कह रहे ने गुर ईश्वर, गुर गोरख ब्रह्मा, गुर पार्वती माई। जे हो जाना, जे मैं इस गल नूं जान लवां, आखा नहीं सतगुर तद भी मैं आख नहीं सकता। मैं ये आखा भी मैं जान लिया तो मैं परमात्मा नूं बयान कर दिया। ध्यान देना सी ते रब दी बनाई कुदरत विचों किसी एक चीज का भी अंत नहीं पा सकते। वेखो साइंटिस्ट बड़े सत्कारयोग ने, उन्हां दी बड़ा ही क्रिएशन है, उन्हां दी कुदरत विच उन्हां बहुत कुछ खोजिया, पर जिहड़ी चीज उन्हां खोज दिती वो ये नहीं कहते भी ये चीज इन्नी है। उस खोजी हुई चीज ते भी निरंतर खोज चलती है, खोजी हुई चीज नूं भी निरंतर खोजिया जा रहा है, क्योंकि संभावना है उनदे विच भी कुछ है। धन गुरु नानक साहब कहंदे ने मेरे मालक मैं तेनू की आखां भी तू एडा वड्डा है, तू इहो जिहा है। सतगुर कहंदे ने जे हो जाना, जे मैं कुछ जान भी लिया है तेरे बाबत, आखा नहीं सतगुर तद भी मैं तेनू आख नहीं सकता। कहना कथन ना जाई, सतगुर जी मैं तेनू कह नहीं सकता, तेरे गुणा नू कथन नहीं कर सकता भी तू किहो जिहा किन्ना वड्डा है। गुरा एक दे बुझाई, हे मेरे गुरु, हे मेरे सतगुरु किरपा कर मैनू एक समझ दे। बुझाई का मतलब है बूझ समझ, मैनू एक समझ दे दे, क्योंकि बुझाई का विशेषण लफज है बूझ। पातशाह जी कहते ने इस दा भाव सिर्फ समझ तो लेना है तुसी कि मेरे गुरु ने कृपा करके मैनू एक गल समझा दी है, बुझा दी है। पातशाह कहते ने गुरा एक दे बुझाई, मैनू एक समझ दे, एक बूझ दे कि सबना जियां का एक दाता, कि सारे जी जिन्ने ने दुनिया अंदर इन्हां सबना दा दाता इको परमात्मा है। सो मैं विसर ना जाई ते ओ परमात्मा मेरे दाता मैनू कदे विसरे ना। आ सारी क्रिएशन दा करता इको ही है। ते सतगुर जी मेरे मन च एक ते ये भावना बन जाए भी इको ही है, ताकि मेरे अंदर डुअलिटी पैदा ना होवे, दुविधा पैदा ना होवे, मैं दुविधा दे विच भटका ना। ते दूजा सतगुर जी वो जिहड़ा एक है वो मेरा सतगुर जी मैनू कदे विसरे ना, क्योंकि जिथे उनके विसरन की संभावना पैदा होएगी ना उत्थे भटकना शुरू हो जाएगी। उनका याद रहना भटकना दे विचों निकलना है, ते उनका विसरना भरम भुलेखियां दे विच पैना। तां ही सब कहंदे ने हर बिसरत सदा खुआरी, तां को धोखा कहाँ व्यापै जां को ओट तुहारी। सतगुर किरपा करन इन अमृत बचनां नूं समझण दी दात अपने चरनां विचों बख्श देन। साध संगत होईयां गलतियां बख्श लैनियां जी, करो किरपा बुलाओ फतेह जी। वाहिगुरू जी का खालसा, वाहिगुरू जी की फतेह।